देख रहे हो दैनिक सवेरा टीवी। मैं रजिंदर कौर। पंजाब कांग्रेस विच चल रहे विवाद विचकार एक खबर आ रही है कि पंजाब कैबिनेट विच जल्द बदलाव किया जा सकता है। सूत्रा दी मनीए तो कैप्टन दे मंत्रिमंडल विच दलित अते बैकवर्ड क्लास दे चेहरिਆਂ ਨੂੰ जगह मिल सकती है, जो कि काफी लंबे समय तो मंग भी की जा रही सी। इस दौरान मौजूदा 3 मंत्रियों की कैबिनेट विचों छुट्टी हो सकती है। इन्हां विच पावर डिपार्टमेंट की जिम्मेदारी भी जल्द किसी नवे मंत्री नूं दित्ती जा सकती है। कहा भी जा रहा है कि जल्द ही ये फेर बदल हो सकता है। इसकी जानकारी लिए कॉल जरिए साडे नाल जुड़ चुके हैं चंडीगढ़ तो पत्रकार रविंदर सिंह जी। रविंदर, सब तो पहला तो दसो कि ये जो खबर उड़ रही ने कि फेर बदल जिहड़ा आ कैबिनेट दा सीएम दा ਉਹ जल्दी हो सकता है, की कहना तुहाडा इहदे बारे? बिल्कुल रजिंदर, कैप्टन सरकार कैबिनेट दे विच संतुलन बनाउण दी कोशिश कर रही है। असल दे विच कैबिनेट दे नाल-नाल पंजाब कांग्रेस दे विच भी संतुलन बनाउण दी कोशिश कर रही है, क्योंकि लगातार बहुत सारे विरोधी सुर, बागी सुर लगातार पार्टी दे विच उठ रहे ने। कई कैबिनेट मंत्रियों की कुर्सी के जरिए जो कई विधायक है उन्होंने शांत करने की कोशिश भी की जाएगी, तो कुछ ऐसे जोड़े मंत्री है उन्होंने भी चुप कराया जाएगा उन्होंने कुर्सी खो के। तो बहुत सारिया चीज़ा निकल के सामने आ रही। 2-3 दिनों के कैबिनेट के फेर बदल की कवायद जी होनी लगभग तय मनी जा रही है। ਇਹਦੇ ਵਿੱਚ बड़े सारे नवे चेहरिਆਂ ਨੂੰ मौका मिलेगा। नवे चेहरिਆਂ ਚੋਂ ਗੱਲ करिए तो ਦੁਆਬੇ ਦੇ ਵਿੱਚ एक नवा चेहरा कैबिनेट ਦੇ ਵਿੱਚ लिया जा सकता है, ਮਾਝੇ ਚੋਂ एक चेहरा लिया जा सकता है, तो मालवे चों एक चेहरा लिया जा सकता है। अगर ਦੁਆਬੇ ਦੀ ਗੱਲ करिए तो ਦੁਆਬੇ ਦੇ ਵਿੱਚ BC ਜਿਹੜੀ कैटेगरी हैगी आ, बैकवर्ड क्लासेस हैगे आ, ਉਹਨਾਂ ਦੇ ਵਿੱਚੋਂ ਸੰਗਤ ਸਿੰਘ ਗਿਲਜੀਆਂ ਦਾ ਨਾਮ ਸਭ ਤੋਂ ਉੱਪਰ ਆ ਰਿਹਾ। 6 ਵਾਰ ਦੇ ਵਿਧਾਇਕ ਨੇ, ਉਹਨਾਂ ਦਾ ਨਾਮ ਚਰਚਾ ਦੇ ਵਿੱਚ ਹੈ ਕਿ ਉਹਨਾਂ ਨੂੰ ਕੈਬਨਿਟ ਦੀ ਕੁਰਸੀ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਨਵਤੇਜ ਚੀਮਾ ਦੀ ਗੱਲ ਕਰੇ, ਉਹਨਾਂ ਦੀ ਵੀ ਰੇਸ ਦੇ ਵਿੱਚ ਦੇਖ ਰਹੇ ਨੇ। ਹਾਲਾਂਕਿ ਉਹ ਜੂਨੀਅਰ ਨੇ। ਅਗਰ ਪਹਿਲੇ ਨੰਬਰ ਤੇ ਗੱਲ ਕਰੀਏ ਤਾਂ ਸੰਗਤ ਸਿੰਘ ਗਿਲਜੀਆਂ ਮੰਨੇ ਜਾਂਦੇ ਨੇ, ਕਿਉਂਕਿ ਬੈਕਵਰਡ ਕਲਾਸਸ ਨੂੰ ਵੀ ਉਹ ਜਿਹੜੀ ਨੁਮਾਇੰਦਗੀ ਕਰਦੇ ਨੇ। 10 ਵਿਧਾਇਕ ਨੇ ਬੈਕਵਰਡ ਕਲਾਸਸ ਦੇ, ਤਾਂ ਉਹਨਾਂ ਨੂੰ ਹਾਲੇ ਤੀਕਰ ਕੈਬਨਿਟ ਦੇ ਵਿੱਚ ਜਗ੍ਹਾ ਨਹੀਂ ਮਿਲੀ। ਜੋ ਬੈਕਵਰਡ ਕਲਾਸਸ ਹੈ ਲਗਾਤਾਰ ਆਰੋਪ ਵੀ ਲਾ ਰਹੀ ਕਿ ਸਾਨੂੰ ਦਰਕਿਨਾਰ ਕੀਤਾ ਗਿਆ, ਅੱਖੋਂ ਪਰੋਖੇ ਕੀਤਾ ਗਿਆ, ਸਾਨੂੰ ਕੋਈ ਜਗ੍ਹਾ ਹੀ ਨਹੀਂ ਦਿੱਤੀ ਗਈ ਕੈਬਨਿਟ ਦੇ ਵਿੱਚ, ਸਾਡੀ ਨੁਮਾਇੰਦਗੀ ਨਹੀਂ ਕੋਈ ਕਰਦਾ। ਤਾਂ ਇਸ ਤਰੀਕੇ ਦੇ ਆਰੋਪ ਵੀ ਲੱਗ ਰਹੇ ਸਨ। ਤਾਂ ਉਹਨਾਂ ਆਰੋਪਾਂ ਨੂੰ ਕਿਤੇ ਨਾ ਕਿਤੇ ਸ਼ਾਂਤ ਕਰਨ ਦੇ ਲਈ ਕੈਪਟਨ ਸਰਕਾਰ ਵੱਲੋਂ ਸੋਚਿਆ ਜਾ ਰਿਹਾ ਕਿ ਬੈਕਵਰਡ ਕਲਾਸਸ ਦਾ ਇੱਕ ਮੰਤਰੀ ਕੈਬਨਿਟ ਦੇ ਵਿੱਚ ਲਿਆ ਜਾਵੇ। ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਮਾਝੇ ਦੇ ਵਿੱਚੋਂ ਇੱਕ ਕੈਬਨਿਟ ਮੰਤਰੀ ਦੀ ਕੁਰਸੀ ਜਾ ਸਕਦੀ ਹੈ ਤੇ ਦੂਸਰੇ ਦੀ ਆ ਸਕਦੀ ਹੈ। ਉਹ ਦੂਸਰਾ ਚਿਹਰਾ ਕਿਹੜਾ ਹੈਗਾ? ਰਾਜਕੁਮਾਰ ਵੇਰਕਾ, ਜੋ ਕਿ ਦਲਿਤ ਭਾਈਚਾਰੇ ਦੇ ਨਾਲ ਸੰਬੰਧ ਰੱਖਦਾ ਹੈ। ਲਗਾਤਾਰ ਚਰਚਾ ਦੇ ਵਿੱਚ ਵੀ ਚੱਲ ਰਿਹਾ ਕਿ ਕੈਬਨਿਟ रैंक उन्होंने को जरूर है, लेकिन कैबिनेट की कुर्सी नहीं हैगी, पोर्टफोलियो नहीं हैगा। यानी कि वो कैबिनेट रैंक के नाल सुविधावां तो लै रहे ने, लेकिन पोर्टफोलियो नाल काम नहीं कर पा रहे। तो इस करके उन्होंने भी लगातार चर्चा चल रही है कि राजकुमार वेरका दलित भाईचारे ने संबंध रखते हैं। 23 MLA मौजूदा इस समय दलित भाईचारे के ने, तो उन्होंने नुमाइंदगी लिए एक चेहरा होर वधाया जाए। हालांकि पहले ही 3 ਜਿਹੜੇ ਵਿਧਾਇਕ ਹੈਗੇ ਨੇ ਉਹ ਕੈਬਨਿਟ ਮੰਤਰੀ ਹੈਗੇ ਬਣੇ ਨੇ ਪਿਛਲੇ ਸ਼ਫਲ ਦੇ ਵਿੱਚ। ਯਾਨੀ ਕਿ 3 ਮੰਤਰੀਆਂ ਦੀ ਜਗ੍ਹਾ ਹੁਣ 4 ਜਿਹੜੇ ਦਲਿਤ ਭਾਈਚਾਰੇ ਦੇ ਜਿਹੜੇ ਮੰਤਰੀ ਬਣਨ ਜਾ ਰਹੇ ਨੇ। ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਮਾਲਵਾ, ਜੋ ਕਿ ਸਭ ਤੋਂ ਵੱਡਾ ਜ਼ੋਨ ਮੰਨਿਆ ਜਾਂਦਾ ਪੰਜਾਬ ਦਾ, ਤਾਂ ਇਸ ਦੇ ਵਿੱਚੋਂ ਵੀ ਇੱਕ ਮੰਤਰੀ ਦੀ ਕੁਰਸੀ ਜਾ ਸਕਦੀ ਹੈ। ਹਾਲਾਂਕਿ ਅਗਰ ਜਾਣ ਵਾਲੀ ਕੁਰਸੀ ਦੀ ਗੱਲ ਕਰੀਏ ਤਾਂ ਗੁਰਪ੍ਰੀਤ ਕਾਂਗੜ ਦੇ ਕੰਮਕਾਜ ਤੋਂ ਬਹੁਤਾ ਖੁਸ਼ ਨਹੀਂ ਦਿਖ ਰਹੇ ਕੈਪਟਨ ਅਮਰਿੰਦਰ ਸਿੰਘ, ਤਾਂ ਉਹਨਾਂ ਦੀ ਜਗ੍ਹਾ ਤੇ ਹੋ ਸਕਦਾ ਰਾਜਾ ਵੜਿੰਗ ਨੂੰ ਜਗ੍ਹਾ ਦਿੱਤੀ ਜਾ ਸਕੇ। ਤਾਂ ਹੋਰ ਵੀ ਜਿਹੜੇ ਨਾਮ ਕਾਫੀ ਸਾਹਮਣੇ ਆ ਰਹੇ ਨੇ। ਅਗਰ ਕੁਲਜੀਤ ਨਾਗਰਾ ਦੀ ਗੱਲ ਕਰੀਏ ਤਾਂ ਕੁਲਜੀਤ ਨਾਗਰਾ ਵੀ ਸੀਨੀਅਰਟੀ ਦੇ ਬੇਸ ਤੇ ਹੈਗੇ ਨੇ, ਉਹਨਾਂ ਦਾ ਵੀ ਨੰਬਰ ਲੱਗ ਸਕਦਾ ਕੈਬਨਿਟ ਮੰਤਰੀ ਦੇ ਲਈ। ਤਾਂ ਇਸ ਤਰੀਕੇ ਦੀ ਸ਼ਫਲ ਹੋਣ ਦੀ ਸੰਭਾਵਨਾ ਜਿਹੜੀ 1-2 ਦਿਨਾਂ ਦੇ ਵਿੱਚ, 2-3 ਦਿਨਾਂ ਦੇ ਵਿੱਚ ਹੋਣ ਵਾਲੀ ਲੱਗ ਰਹੀ ਹੈ। ਹਾਲਾਂਕਿ ਇਹਦੇ ਨਾਲ ਕਿਤੇ ਨਾ ਕਿਤੇ ਜਿਹੜੇ ਬਾਗੀ ਸੁਰ ਆ ਉਹਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ, ਤੇ ਨਾਲ ਹੀ ਨਾਲ ਇੱਕ ਮੈਸੇਜ ਵੀ ਦਿੱਤਾ ਜਾਏਗਾ। ਅਗਰ ਜੋ ਜ਼ਿਆਦਾ ਆਵਾਜ਼ ਚੱਕੇਗਾ ਤਾਂ ਉਹਨਾਂ ਨੂੰ ਕੈਬਨਿਟ ਦੇ ਵਿੱਚੋਂ ਬਾਹਰ ਵੀ ਕੀਤਾ ਜਾ ਸਕਦਾ ਹੈ, ਕਿਉਂਕਿ ਕੈਬਨਿਟ ਮੰਤਰੀ ਜ਼ਿਆਦਾਤਰ ਆਵਾਜ਼ ਚੱਕ ਰਹੇ ਨੇ ਕੈਪਟਨ ਸਰਕਾਰ ਦੇ ਖਿਲਾਫ। ਲਗਾਤਾਰ ਬੇਅਦਬੀਆਂ ਦੀ ਗੱਲਬਾਤ ਹੋ ਰਹੀ ਹੈ, ਨਸ਼ੇ ਦੀ ਗੱਲਬਾਤ ਹੋ ਰਹੀ ਹੈ, ਐਲੀਗੇਸ਼ਨ ਲੱਗ ਰਹੇ ਨੇ ਕਿ ਵਿਕਾਸ ਨਹੀਂ ਹੋਇਆ ਕੋਈ। ਇਸ ਤਰੀਕੇ ਦੀਆਂ ਬਹੁਤ ਸਾਰੀਆਂ ਗੱਲਾਂ ਉਹਨਾਂ ਤੇ ਵਿਸ਼ਰਾਮ ਚਿੰਨ੍ਹ ਲਗਾਉਣ ਦੀ ਕੋਸ਼ਿਸ਼ ਕੈਪਟਨ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਜੀ। ਤੇ ਆਪਾਂ ਜੇ ਗੱਲ ਕਰੀਏ ਤੇ ਇਹਨਾਂ ਦੇ ਵਿੱਚੋਂ ਕਿਹੜੇ-ਕਿਹੜੇ ਨਾਮ ਹੋ ਸਕਦੇ ਆ ਜਿਨ੍ਹਾਂ ਨੂੰ ਬਾਹਰ ਕੱਢਿਆ ਜਾ ਸਕਦਾ ਹੈ ਮੰਤਰੀ ਮੰਡਲ 'ਚ? ਦੇਖੋ, ਜਿਸ ਤਰੀਕੇ ਨਾਲ ਮੈਂ ਪਹਿਲਾਂ ਹੀ ਕਿਹਾ ਕਿ ਜਿਹੜੇ ਗੁਰਪ੍ਰੀਤ ਸਿੰਘ ਕਾਂਗੜ ਹੈ ਉਹਨਾਂ ਦੀ ਕਾਰਜਸ਼ੈਲੀ ਤੋਂ ਬਹੁਤਾ ਖੁਸ਼ ਨਹੀਂ ਹੈਗੇ, ਡਿਪਾਰਟਮੈਂਟ ਦੇ ਵਿੱਚ ਜ਼ਿਆਦਾ ਕੰਮ ਨਹੀਂ ਹੋਇਆ। ਇਸ ਤੋਂ ਇਲਾਵਾ ਅਰੁਣਾ ਚੌਧਰੀ ਉਹ ਪਹਿਲਾਂ ਸਿੱਖਿਆ ਮੰਤਰੀ ਵੀ ਰਹੇ ਨੇ, ਬਾਅਦ 'ਚ ਇਸਤਰੀ ਬਾਲ ਵਿਕਾਸ ਉਹਨਾਂ ਨੂੰ ਦੇ ਦਿੱਤਾ ਗਿਆ, ਉਸ 'ਤੇ ਵੀ ਬਹੁਤਾ ਜ਼ਿਆਦਾ ਕੰਮ ਨਹੀਂ ਹੋ ਪਾਇਆ। ਇਸੇ ਤਰੀਕੇ ਨਾਲ 1-2 ਮੰਤਰੀ ਐਸੇ ਵੀ ਹੈਗੇ ਨੇ ਜਿਹੜੇ ਲਗਾਤਾਰ ਬਾਗੀ ਸੁਰਾਂ ਚੱਕ ਰਹੇ ਨੇ, ਤੇ ਉਹਨਾਂ ਤੇ ਵੀ ਗਾਜ ਗਿਰ ਸਕਦੀ ਹੈ ਮਾਝੇ ਦੇ ਵਿੱਚ। ਪਰ ਲੱਗਦਾ ਕਿ ਬਾਗੀ ਸੁਰਾਂ ਦਾ ਕਰਕੇ ਇਹਨਾਂ ਦਾ ਜਿਹੜਾ ਰੈਂਕ ਆ ਉਹ ਖੋਲਿਆ ਜਾਵੇਗਾ।
बिल्कुल अगर गल करिए तो तुहाडा सवाल बिल्कुल जायज़ है, लेकिन मैनू नहीं लगता इस तरीके की चर्चा भी आम तौर पर सियासी गलियारां दे विच हैगी है कि बागी सुरां की कुर्सी इस करके खोल ही जाए क्योंकि वो बागी बगावत कर रहे हैं, क्योंकि ये नाल विक्टिम कार्ड खेलण की कोई संभावना होंदी है कि असीं बेअदबियां की गल करते सी तां करके साडे ते गाज गिर गई, असीं तां नशे खत्म करने की गल करते सी तां साडे ते गाज गिर गई, असीं तां विकास दीयां गल्लां करते सी तां साडे ते गाज गिर गई। तो विक्टिम कार्ड का भी एक डर रहिंदा जो इस तरीके के शफल होंदे ने, तो बतौर बैठ के कमेटियां गलबात करदियां, विचार साझे करदियां कि इसके इंपैक्ट ते इंपैक्ट की हो सकते हैं, मैरिट डिमैरिट की हो सकते हैं, कि किसी अगर विधायक से कोई गाज गिर जाती है, मंत्री से माफ करना गाज गिर जाती है, तो उस इंपैक्ट निकल के की होणगे कि सरकार एक नवा खतरा तो नहीं मुल लै लेगी। इस तरीके दी कई सारिया चर्चावां भी कीतियां जांदियां ने मीटिंगां दे विच, लेकिन हाल फिलहाल अगर गल करिए हाल फिलहाल कैप्टन सरकार इस तरीके की कोई भी समस्या होर नवी नहीं सहेट सकती, क्योंकि ऑलरेडी दिल्ली दे विच पेशियां हो रही, दिल्ली दे विच लगातार कमेटियां सामने बैठकां हो रही ने, नवजोत सिद्धू लगातार आवाज़ चक रहे हैं, इस तो इलावा सुखजिंदर रंधावा बहुत बारी आवाज़ चक चुके हैं, होर बहुत मंत्री विधायक है जिहड़े मीटिंगां दे विच जाके कह रहे हैं कि कैप्टन साहब तुहाडे नाम ते सरकार बनी सी पर तुहाडे नाम ते काम कोई नहीं होया। तो इस तरीके के बहुत सारे सवाल पहले ही उठ चुके हैं, तो इस करके इलैक्शन ईयर भी हैगा, इलैक्शन ईयर नूं भी मद्देनज़र रख के बहुत सारे रीशफल किए जाएंगे कि इलैक्शनां दे उत्ते किस तरह तरीके का कोई इंपैक्ट ना पवे, गलत इंपैक्ट ना पै जाए, कि इलैक्शनां दे विच कांग्रेस नूं हुण दे फैसलियां दा खामियाजा उदों भुगतना पवे। तो बहुत सारिया चीज़ां नूं एनालाइज करके इसका विश्लेषण करके फिर ही कोई फैसला लिया जा सकता। जी बहुत बहुत धन्यवाद रविंदर साडे नाल गलबात सांझी करन लई। ते असीं साडे चंडीगढ़ तो पत्रकार रविंदर सिंह जिन्हां ने गलबात सांझी कीती कि कैबिनेट दे विच फेर बदल हो सकदा है, तो बहुत जल्दी हो सकदा है कि इहदे बारे सारे मीडिया दे विच गलबात कीती जावे, ते इह भी हो सकदा है कि ਜਿਹੜੇ रैंक ने वो इस आधार ते भी बदले जाण कि ਜਿਹੜੇ कैप्टन के खिलाफ ਜਿਹੜੇ मंत्री मंडल दे विच बोले ने उन्हां दे खिलाफ जाके उन्होंने बागी सुरा ਜਿਹੜੀਆਂ चुक्कियां ने। पर दूजे पासे इलैक्शन ईयर है जिस तो बाद जिस दे विच बहुत सारियां गल्लां ਜਿਹੜੀਆਂ सोचणियां पैंदियां ने, बहुत सारे विधायक ਜਿਹੜੇ ਨੇ ਉਹ ਉਹਨਾਂ ਦਾ ਜਿਹੜਾ ਮੰਤਰੀਆਂ ਨੂੰ ਸਪੋਰਟ ਹੁੰਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਦੇਖਦੇ ਆ ਕਿ ਜਿਹੜੇ ਕੈਬਨਿਟ ਦਾ ਮੰਤਰੀ ਮੰਡਲ ਦਾ ਫੇਰ ਬਦਲ ਹੈ ਉਹ ਕਿੱਥੋਂ ਤੱਕ ਜਾਂਦਾ ਹੈ ਤੇ ਕੀ ਉਹਦੇ ਵਿੱਚ ਚੇਂਜਸ ਆਉਂਦੇ ਨੇ। ਇਸ ਦੇ ਨਾਲ ਹੀ ਵਧਦੇ ਅਗਲੀ ਖਬਰ ਦੇ ਵੱਲ। ਤਾਂ ਉਦਮੀਆਂ ਦੇ ਵਿਰੋਧ ਦੇ ਮੱਦੇਨਜ਼ਰ ਪਾਵਰਕਾਮ ਨੇ ਉਦਯੋਗ ਨੂੰ ਆਪਣੀ ਯੂਨਿਟ ਚਲਾਉਣ ਲਈ ਵੱਡੇ ਸਪਲਾਈ ਕਨੈਕਸ਼ਨ ਦੀ ਆਗਿਆ ਦੇ ਦਿੱਤੀ ਹੈ, ਪਰ ਕੋਈ ਵੀ ਯੂਨਿਟ 100 ਕਿਲੋਵਾਟ ਤੋਂ ਵੱਧ ਦੀ ਸਮਰੱਥਾ ਦੀ ਵਰਤੋਂ ਨਹੀਂ ਕਰੇਗੀ। ਉਥੋਂ ਉਦਯੋਗ ਵਿੱਚ ਬਿਜਲੀ ਖਪਤ ਦੀ ਸ਼ੁਰੂਆਤ ਦੇ ਕਾਰਨ ਰਾਜ ਵਿੱਚ ਮੰਗ ਅਤੇ ਸਪਲਾਈ ਦੇ ਸੰਤੁਲਨ ਨੂੰ ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ। ਇਸ ਲਈ ਵਿਸ਼ਾਲ ਉਦਯੋਗ ਨੂੰ ਮਾਲ ਤਿਆਰ ਕਰਨ ਲਈ 2 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਸ਼ਨੀਵਾਰ ਸ਼ਾਮ ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਰਾਹਤ 11 ਜੁਲਾਈ ਤੋਂ 15 ਜੁਲਾਈ ਤੱਕ ਰਹੇਗੀ। ਸੈਂਟਰਲ ਜ਼ੋਨ ਅਤੇ ਬਾਰਡਰ ਜ਼ੋਨ ਦੇ ਅਧੀਨ ਆਉਂਦੀਆਂ ਇੰਡਸਟਰੀ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਆਪਣੀਆਂ ਇਕਾਈਆਂ ਚਲਾ ਸਕਣਗੀਆਂ। ਇਸ ਦੇ ਨਾਲ ਹੀ ਉੱਤਰੀ, ਦੱਖਣੀ ਅਤੇ ਪੱਛਮੀ ਜ਼ੋਨਾਂ ਵਿੱਚ ਉਦਯੋਗਾਂ ਨੂੰ ਰਾਤ 8 ਵਜੇ ਤੋਂ ਸਵੇਰੇ 8 ਵਜੇ ਤੱਕ ਯੂਨਿਟ ਚਲਾਉਣ ਦੀ ਆਗਿਆ ਦਿੱਤੀ ਗਈ ਹੈ। ਉਪਰੋਕਤ ਇਕਾਈਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ 100 ਕਿਲੋਵਾਟ ਤੋਂ ਵੱਧ ਸਮਰੱਥਾ ਦਾ ਸੇਵਨ ਨਹੀਂ ਕਰ ਸਕਣਗੀਆਂ। ਨਿਰਦੇਸ਼ਾਂ ਦੇ ਉਲਟ ਵਧੇਰੇ ਬਿਜਲੀ ਖਪਤ ਕਰਨ ਵਾਲੀ ਇਕਾਈ ਨੂੰ 500 ਰੁਪਏ ਪ੍ਰਤੀ ਕਿਲੋਵਾਟ ਦਾ ਜੁਰਮਾਨਾ ਕੀਤਾ ਜਾਵੇਗਾ। ਦੂਜੇ ਪਾਸੇ ਉਦਮੀ ਪਾਵਰਕਾਮ ਦੀ ਇਸ ਘੋਸ਼ਣਾ ਤੋਂ ਨਾਖੁਸ਼ ਨੇ। ਉਹਨਾਂ ਅਨੁਸਾਰ ਰੋਲਿੰਗ ਫਰਨੈਂਸ ਮਿਲਾਂ ਲਈ ਇਹ ਕਾਗਜ਼ ਦੀ ਰਾਹਤ ਹੈ, ਕਿਉਂਕਿ ਰੋਲਿੰਗ ਫਰਨੈਂਸ ਮਿਲਾਂ 100 ਕਿਲੋਵਾਟ ਬਿਜਲੀ ਦੀ ਵਰਤੋਂ ਕਰਕੇ ਪੈਦਾ ਨਹੀਂ ਕਰ ਸਕਦੀਆਂ। ਉਦਯੋਗ ਪਹਿਲਾਂ ਹੀ ਸੰਕਟ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਲੁਧਿਆਣਾ ਦੀ ਰੋਲਿੰਗ ਇੰਡਸਟਰੀ ਰੋਜ਼ਾਨਾ ਲਗਭਗ 40,000 ਟਨ ਮਾਲ ਦਾ ਉਤਪਾਦਨ ਕਰਦੀ ਹੈ, ਪਰ ਉਦਯੋਗ ਉੱਤੇ ਹਫ਼ਤਾਵਾਰੀ ਹੜਤਾਲਾਂ ਕਰਕੇ 10 ਦਿਨਾਂ ਦੇ ਅੰਦਰ 4 ਲੱਖ ਟਨ ਉਤਪਾਦਨ ਪ੍ਰਭਾਵਿਤ ਹੋਇਆ ਹੈ। ਫੈਕਟਰੀਆਂ ਬੰਦ ਹੋਣ ਤੋਂ ਬਾਅਦ ਵੀ ਕਾਰੀਗਰਾਂ ਨੂੰ ਪੂਰੀ ਤਨਖਾਹ ਨਹੀਂ ਦੇਣੀ ਪੈਂਦੀ। ਵਪਾਰੀਆਂ ਨੇ ਮੰਗ ਕੀਤੀ ਹੈ ਕਿ ਉਦਮੀਆਂ ਨੂੰ ਹਫ਼ਤਾਵਾਰੀ ਨਾਗ ਦੌਰਾਨ ਕਾਰੀਗਰਾਂ ਦੀ ਤਨਖਾਹ ਦੇਣ ਤੇ ਛੋਟ ਦਿੱਤੀ ਜਾਵੇ, ਜਾਂ ਸਰਕਾਰ ਨੂੰ ਉਦਯੋਗ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨੀ ਚਾਹੀਦੀ ਹੈ। ਵੱਧਦੇ ਅਗਲੀ ਖਬਰ ਵਾਲੇ ਤਾਂ ਪੰਜਾਬ ਸਕੂਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਸਰਕਾਰੀ ਸਕੂਲਾਂ 'ਚ ਸਮਾਰਟ ਖੇਡ ਮੈਦਾਨਾਂ ਦੀ ਉਸਾਰੀ ਕਰਨ ਦਾ ਫੈਸਲਾ ਲਿਆ ਹੈ। ਉਹਨਾਂ ਦੱਸਿਆ ਕਿ ਸਿੱਖਿਆ ਵਿਭਾਗ ਨੇ ਸਮਾਰਟ ਪਲੇਗਰਾਉਂਡ ਪ੍ਰੋਜੈਕਟ ਤੇ ਪਹਿਲੇ ਪੜਾਅ ਵਿੱਚ ਪ੍ਰਾਇਮਰੀ ਅਤੇ ਮਿਡਲ ਸਕੂਲ 'ਚ ਸਮਾਰਟ ਖੇਡ ਮੈਦਾਨ ਦੀ ਤਿਆਰੀ ਲਈ 9.10 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਨੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਤੇ ਗੈਰ ਵਿਦਿਅਕ ਕਿਰਿਆਵਾਂ ਵੀ ਵਿਦਿਆਰਥੀਆਂ ਲਈ ਜ਼ਰੂਰੀ ਹੁੰਦੀਆਂ ਨੇ। ਖੇਡਾਂ ਵਿਦਿਆਰਥੀਆਂ ਦੇ ਸਰੀਰਕ ਵਿਕਾਸ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਉਹਨਾਂ ਨੂੰ ਲੀਡਰਸ਼ਿਪ ਗੁਣ ਵੀ ਪੈਦਾ ਕਰਦੀਆਂ ਨੇ, ਕਿਉਂਕਿ ਇਹ ਖਿਡਾਰੀ ਹਮੇਸ਼ਾ ਇੱਕ ਸਕਾਰਾਤਮਕ ਰਵੱਈਏ ਅਤੇ ਮਜ਼ਬੂਤ ਮਨੋਬਲ ਨੂੰ ਕਾਇਮ ਰੱਖਦਾ ਹੈ।
ਸਿੰਗਲਾ ਨੇ ਕਿਹਾ ਹੈ ਕਿ ਰਾਜ ਸਰਕਾਰ ਨੇ ਸਕੂਲ ਸਿੱਖਿਆ ਦੇ ਹਰ ਖੇਤਰ ਵਿੱਚ ਵਿਕਾਸ ਨੂੰ ਯਕੀਨੀ ਬਣਾਇਆ ਹੈ, ਜੋ ਕਿ ਵਿਦਿਆਰਥੀਆਂ ਅਤੇ ਸਿੱਖਿਆ ਵਿਭਾਗ ਦੀ ਸਫਲਤਾ ਤੋਂ ਸਪਸ਼ਟ ਹੁੰਦਾ ਹੈ। ਹੋਰ ਪ੍ਰਾਪਤੀਆਂ ਵਿੱਚ ਇਸ ਦੇ ਨਾਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਆਨਲਾਈਨ ਅਧਿਆਪਕ ਤਬਾਦਲਾ ਨੀਤੀ ਦੇ ਆਧਾਰ ਤੇ 21,000 ਤੋਂ ਵੱਧ ਅਧਿਆਪਕਾਂ ਦੇ ਤਬਾਦਲੇ ਹੋ ਚੁੱਕੇ ਨੇ। ਇਹ ਨੀਤੀ ਅਧਿਆਪਕਾਂ ਨੂੰ ਸਿਰਫ ਉਹਨਾਂ ਦੀ ਕਾਰਗੁਜ਼ਾਰੀ ਦੇ ਆਧਾਰ ਤੇ ਆਪਣੀ ਪਸੰਦ ਦੀਆਂ ਥਾਵਾਂ ਤੇ ਤਬਦੀਲ ਕਰਨ ਦੇ ਮੌਕੇ ਪ੍ਰਦਾਨ ਕਰਦੀ ਹੈ। ਉਹਨਾਂ ਇਹ ਵੀ ਕਿਹਾ ਕਿ ਮਾਪਿਆਂ ਨੇ ਸਰਕਾਰੀ ਸਕੂਲ 'ਚ ਵੀ ਵਿਸ਼ਵਾਸ ਜਤਾਇਆ ਹੈ ਅਤੇ ਲਗਭਗ 5 ਲੱਖ ਬੱਚਿਆਂ ਨੇ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲਿਆ ਹੈ। रुक करते अगली खबर वाले देश च नवे खेती कानूना खिलाफ किसानां ने मोर्चा खोलिया होया है। केंद्र सरकार वालों भावें किन्नियां भी सुविधावां मुहैया करवाईयां जा रही ने, पर किसान एक ही गल ते अड़े हुए ने कि वो नवे खेती कानूना दे हक विच नहीं ने ते ओ ये कानून रद्द करवा के ही रहेंगे। इस विचाले मोदी सरकार दी कैबिनेट च होए फेर बदल तो बाद कैबिनेट ने सब तो पहला खेती अते सेहत नाल जुड़े पैकेज दा ऐलान कीता है। पहले फैसले विच जिथे सेहत सेवावां नूं वधाउण लई 23,000 करोड़ तो वध दे पैकेज दा ऐलान किया गया है, उत्थे ही दूजे पासे किसानां दे हितां दे लई लिया गया है, जिस विच अनाज मंडियां नूं मजबूत करन ते जोर दिता गया है। कैबिनेट ने हुण तक 1 लाख करोड़ दे एग्रीकल्चर इंफ्रास्ट्रक्चर फंड यानी कि AIF दा मुनाफा खेती मंडियां समितियां नूं देण दी मंजूरी दे दित्ती है। ये इस लई भी खास हो जांदा है क्योंकि किसान नेता नवे खेती कानूनां दा विरोध कर रहे ने ते उन्हां नूं डर है कि हौली-हौली अनाज मंडियां खत्म हो जाणगियां। इस खबर ते देखो साडी एक खास रिपोर्ट। सब तो जरूरी गल ये समझना है कि एग्री इंफ्रा फंड दे नाल मंडियां नूं मजबूती किवें मिल सकदी है। सरकारी मंडियां नूं मजबूत बनाउण लई सब तो जरूरी है कि मंडियां सिर्फ खरीद फरोख्त दा प्लेटफॉर्म बन के ना रह जाण, जिहो जिही हालत होण है, बल्कि मंडियां दे कोल कोल्ड स्टोरेज समर्था होवे अते अंतरराष्ट्रीय पैरामीटर ते फसलां दी छटाई, ग्रेडिंग अते परीखण करन च भी काबल होण। वधिया गल यह है कि इन्हां कम्मां दे लई एग्री इंफ्रा फंड दे विचों 2 करोड़ रुपए तक दा कर्ज लै सकदियां ने। मंडियां इन्हां सुविधावां नूं मंडी खेतर तो बाहर भी स्थापित कर सकदियां ने। ਇਹ छूट इसलिए दी गई है कि कई मंडियां दे कोल नवां ढांचा खड़ा करन दे लई काफ़ी जगह नहीं है। एग्री इंफ्रा फंड दे नाल कर्ज लैण दी सहूलत हुण सूबे दीआं एजेंसियां जिवें मंडी कमेटियां, APMC, सहकारी कमेटियां दे कौमी अते सूबा पद्धरी फैडरेशनां यानी कि फार्मर्स प्रोड्यूसर ऑर्गेनाइजेशन यानी कि FPO दे फैडरेशनां अते स्वै सहायता समूह यानी SHG दे फैडरेशनां नूं दित्ती गई है। कैबिनेट ने खेती मंत्री नूं यह अधिकार भी दिता है कि वह भविख दे विच इस योजना दे नवे लाभपात्रियां नूं जोड़न हटाउण जिहे बदलाव भी कर सकदे ने। हुण तक इस योजना तहत किसी एक किसान या संगठन नूं 2 करोड़ रुपए तक दे कर्ज ते इंटरस्ट सबवेशन यानी कि ब्याज सहायता दी सुविधा सिर्फ एक लोकेशन ते मिलदी है। पर हुण एक संगठन वख-वख लोकेशनां ते प्रोजेक्ट लगाउंदा है तां अजिहे विच सारे प्रोजेक्टां ते इंटरस्ट सबवेशन दी छूट मिलेगी। पर प्राइवेट सैक्टर दे संगठनां लई वध तो वध 25 प्रोजेक्टां दी हद तय कीती गई है। चंगी गल यह है कि 25 प्रोजेक्टां दी यह हद सूबे दीआं एजेंसियां, सहकारी कमेटियां दे कौमी अते सूबा पद्धरी फैडरेशनां, फार्मर्स प्रोड्यूसर ऑर्गेनाइजेशन यानी कि FPO दे फैडरेशनां अते स्वै सहायता समूह यानी SHG दे फैडरेशनां ते लागू नहीं होवेगी। यानी कि ਉਹ ਚਾਹਣ ਤਾਂ ਕਿਤੇ ਵੀ ਆਪਣੇ ਇਸ ਪ੍ਰੋਜੈਕਟ ਲਈ ਇਸ ਫੰਡ ਦੇ ਵਿੱਚੋਂ ਪੈਸਾ ਲੈ ਸਕਦੇ ਨੇ। ਮੁੱਖ ਤੌਰ ਤੇ ਪੰਜਾਬ ਨੂੰ ਵੇਖ ਕੇ ਸਮਝਣਾ ਚਾਹੀਏ ਤਾਂ ਮਾਰਕਫੈਡ ਜਾਂ ਪਨਸਪ ਜਿਹੀਆਂ ਸੂਬੇ ਦੀਆਂ ਏਜੰਸੀਆਂ ਚਾਹਣ ਤਾਂ ਉਹ ਆਪਣੇ ਕਾਰਜ ਖੇਤਰ 'ਚ ਮੰਡੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕਿਤੇ ਵੀ ਕਿਸੇ ਲੋਕੇਸ਼ਨ ਤੇ ਪ੍ਰੋਜੈਕਟ ਲਗਾਉਣ ਲਈ ਇਸ ਯੋਜਨਾ ਤੋਂ ਫੰਡ ਲੈ ਸਕਦੀ ਹੈ। ਇੱਥੇ ਲੋਕੇਸ਼ਨ ਦਾ ਅਰਥ ਹੈ ਕਿਸੇ ਪਿੰਡ ਜਾਂ ਕਸਬੇ ਦੀ ਭੂਗੋਲਿਕ ਸੀਮਾ ਜਿਸ ਦੀ ਇੱਕ ਵੱਖ LGD यानी कि लोकल गवर्नमेंट डायरैक्टरी होवे। एक सूचना मुताबक इस फंड दे विचों हुण तक तकरीबन 4,500 करोड़ रुपए दे प्रोजेक्टां नूं मंजूरी मिल चुकी है। एक गल होर, सरकार ने इस योजना च कर्जा चुकाउण दा पीरीयड भी 4 साल तो वधा के 6 साल यानी कि 2025-2026 कर दिता है ते इस योजना दा कुल समा अवधि भी 10 साल तो वधा के 13 साल करदिआं इस नूं 2032-2033 तक वधा दिता है। हरियाणा दी सूबा सरकार ने अपने पद्धर ते 485 FPO बना के उन्हां नूं बाहरी सूबियां च भेज के ट्रेनिंग देण दे लई बुनियादी ढांचा खड़ा करके 90% सबसिडी दित्ती है। इसलिए उत्थे FPO बेहतर ढंग दे नाल चल रहे ने। पंजाब जिहे सूबे च जिथे स्थानक पद्धर ते अजिहियां सुविधावां उपलब्ध नहीं कराईयां जा रहीआं, उत्थे FPO
ਕੋਲਡ ਸਟੋਰੇਜ ਬਣਾਉਣ ਦੇ ਲਈ ਛੰਟਾਈ, ਗ੍ਰੇਡਿੰਗ ਤੇ ਟੈਸਟਿੰਗ ਜਿਹੀਆਂ ਸੁਵਿਧਾਵਾਂ ਸਥਾਪਿਤ ਕਰਨ ਦੇ ਲਈ ਐਗਰੀ ਇਨਫਰਾ ਫੰਡ ਤੋਂ ਲੋਨ ਲੈ ਸਕਦੇ ਨੇ। ਜਾਣਕਾਰ ਮੰਨਦੇ ਨੇ ਕਿ ਸੂਬੇ ਦੇ ਵਿੱਚ ਪਨਸਪ, ਮਾਰਕਫੈਡ ਅਤੇ ਪਨਗ੍ਰੇਨ ਜਿਹੀਆਂ ਖੇਤੀ ਖੇਤਰ ਦੇ ਨਾਲ ਜੁੜੀਆਂ ਏਜੰਸੀਆਂ ਇਸ ਯੋਜਨਾ ਦਾ ਲਾਭ ਵੱਡੇ ਪੱਧਰ ਤੇ ਲੈ ਸਕਦੀਆਂ ਨੇ। ਉੱਤਰ ਪ੍ਰਦੇਸ਼ ਦੇ ਕਾਨਪੁਰ ਦੇਹਾਤ ਅਧੀਨ ਪੈਂਦੇ ਅਕਬਰਪੁਰ ਖੇਤਰ ਦੇ ਇੱਕ ਪਿੰਡ ਵਿੱਚ ਇੱਕ ਦਲਿਤ ਨੂੰ ਦਰਖਤ ਨਾਲ ਬੰਨ੍ਹ ਕੇ ਉਸ ਨਾਲ ਅਣਮਨੁੱਖੀ ਤਰੀਕੇ ਦੇ ਨਾਲ ਉਹਨੂੰ ਤਸੀਹੇ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਇਸ ਮਾਮਲੇ ਤੇ ਸਖਤ ਨੋਟਿਸ ਲੈਂਦਿਆਂ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਦੇ ਆਦੇਸ਼ਾਂ ਤੇ ਉੱਤਰ ਪ੍ਰਦੇਸ਼ ਸਰਕਾਰ ਜਵਾਬ ਮੰਗਿਆ। ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਸੋਸ਼ਲ ਮੀਡੀਆ ਰਾਹੀਂ ਪ੍ਰਾਪਤ ਕੀਤੀ ਸ਼ਿਕਾਇਤ ਅਨੁਸਾਰ ਕਾਨਪੁਰ ਦਿਹਾਤੀ ਦੇ ਇੱਕ ਦਲਿਤ ਨੌਜਵਾਨ ਨੂੰ ਇੱਕ ਦਰਖਤ ਨਾਲ ਬੰਨ੍ਹਿਆ ਗਿਆ ਅਤੇ ਕੁੱਟਿਆ ਗਿਆ ਅਤੇ ਉਸ ਦੇ ਗੁਪਤ ਅੰਗ ਨੂੰ ਇੱਕ ਸੋਟੀ ਦੇ ਨਾਲ ਜ਼ਖਮੀ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਅਕਬਰਪੁਰ ਖੇਤਰ ਦੇ ਇੱਕ ਪਿੰਡ ਵਿੱਚ ਲੜਕੀ ਨੂੰ ਮਿਲਣ ਲਈ ਆਏ ਉਸ ਦੇ ਪ੍ਰੇਮੀ ਨੂੰ ਫੜ ਲਿਆ। ਇਸ ਤੋਂ ਬਾਅਦ ਉਸਨੇ ਉਸ ਨੂੰ ਇੱਕ ਦਰਖਤ ਦੇ ਨਾਲ ਬੰਨ੍ਹਿਆ ਅਤੇ ਇੱਕ ਡੰਡੇ ਨਾਲ ਕੁੱਟਮਾਰ ਕੀਤੀ। ਘਟਨਾ ਦੀ ਵੀਡੀਓ ਇੰਟਰਨੈਟ ਮੀਡੀਆ ਤੇ ਵਾਇਰਲ ਹੋਈ ਹੈ। ਅਨੁਸੂਚਿਤ ਜਾਤੀਆਂ ਲਈ ਰਾਸ਼ਟਰੀ ਕਮਿਸ਼ਨ ਨੇ ਉੱਤਰ ਪ੍ਰਦੇਸ਼ ਸਰਕਾਰ ਦੇ ਮੁੱਖ ਸਕੱਤਰ, ਉੱਤਰ ਪ੍ਰਦੇਸ਼ ਪੁਲਿਸ ਦੇ ਡੀਜੀਪੀ ਅਤੇ ਕਾਨਪੁਰ ਦੇਹਾਤ ਦੇ ਡੀਐਮ ਅਤੇ ਐਸਐਸਪੀ ਨੂੰ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਨੋਟਿਸ ਜਾਰੀ ਕੀਤਾ ਹੈ ਅਤੇ ਕਮਿਸ਼ਨ ਸਾਹਮਣੇ ਕਾਰਵਾਈ ਕੀਤੀ ਰਿਪੋਰਟ ਨੂੰ ਫੈਕਸ ਕਰ ਦਿੱਤਾ ਹੈ। ਸਾਂਪਲਾ ਨੇ ਕਿਹਾ ਕਿ ਕਮਿਸ਼ਨ ਦਾ ਚੇਅਰਮੈਨ ਹੋਣ ਦੇ ਨਾਤੇ ਮੇਰਾ ਇਹ ਫਰਜ਼ ਬਣਦਾ ਹੈ ਕਿ ਉਹ ਦੇਸ਼ ਦੇ ਸੰਵਿਧਾਨ ਦੁਆਰਾ ਅਨੁਸੂਚਿਤ ਵਰਗ ਨੂੰ ਦਿੱਤੇ ਅਧਿਕਾਰਾਂ ਨੂੰ ਯਕੀਨੀ ਬਣਾਏ। ਸਾਂਪਲਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਅਧਿਕਾਰੀ ਜਿਨ੍ਹਾਂ ਨੂੰ ਕਮਿਸ਼ਨ ਦੁਆਰਾ ਨੋਟਿਸ ਜਾਰੀ ਕੀਤੇ ਗਏ ਨੇ ਉਹਨਾਂ ਨੇ ਤੁਰੰਤ ਜਵਾਬ ਨਹੀਂ ਦਿੱਤਾ ਤਾਂ ਕਮਿਸ਼ਨ ਨੂੰ ਸੰਵਿਧਾਨ ਦੀ ਧਾਰਾ 338 ਦੇ ਤਹਿਤ ਦਿੱਤੀ ਗਈ ਸਿਵਲ ਕੋਡ ਦੀ ਸ਼ਕਤੀ ਦੀ ਵਰਤੋਂ ਕਰਦਿਆਂ ਨਿੱਜੀ ਤੌਰ ਤੇ ਕਮਿਸ਼ਨ ਸਾਹਮਣੇ ਪੇਸ਼ ਹੋਣ ਦੀ ਜ਼ਰੂਰਤ ਹੋਵੇਗੀ। रुक करते अगली खबर वाले केंद्रीय गृह ਸਕੱਤਰ अजय पल्ला ने सैर सपाटा वाली ਥਾਵਾਂ ਅਤੇ ਪਹਾੜੀ ਸਟੇਸ਼ਨਾਂ ਵਾਲੇ 8 ਰਾਜਾਂ ਨੂੰ ਕੋਰੋਨਾ ਤੋਂ ਬਚਾਉਣ ਦੇ ਲਈ ਇਸ ਵਾਇਰਸ ਦੇ ਫੈਲਾਅ ਤੋਂ ਬਚਾਉਣ ਦੇ ਲਈ ਉਚਿਤ ਵਿਵਹਾਰ ਦੀ ਪਾਲਣਾ ਕਰਨ ਲਈ ਕਿਹਾ ਹੈ। ਕੇਂਦਰੀ ਗ੍ਰਹਿ ਸਕੱਤਰ ਪੱਲਾ ਨੇ ਉਕਤ ਬੈਠਕ ਦੀ ਪ੍ਰਧਾਨਗੀ ਕੀਤੀ ਅਤੇ ਜਿਸ ਵਿੱਚ ਰਾਜ ਸਰਕਾਰਾਂ ਦੁਆਰਾ ਸਟੇਸ਼ਨਾਂ ਅਤੇ ਸੈਰ ਸਪਾਟਾ ਸਥਾਨਾਂ ਤੇ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਚੁੱਕੇ ਗਏ ਵੱਖ-ਵੱਖ ਕਦਮਾਂ ਦੀ ਸਮੀਖਿਆ ਕੀਤੀ ਗਈ ਹੈ। ਇਸ ਦੌਰਾਨ ਗ੍ਰਹਿ ਸਕੱਤਰ ਅਜੇ ਪੱਲਾ ਨੇ ਜ਼ੋਰ ਦੇ ਕੇ ਕਿਹਾ ਕਿ ਕੋਵਿਡ-19 ਦੀ ਦੂਜੀ ਲਹਿਰ ਅਜੇ ਖਤਮ ਨਹੀਂ ਹੋਈ ਹੈ, ਇਸ ਲਈ ਸਾਵਧਾਨੀ ਵਰਤਣੀ ਜ਼ਰੂਰੀ ਹੈ। बैठक दौरान गोवा, हिमाचल प्रदेश, केरल, महाराष्ट्र, राजस्थान, तमिलनाडु, उत्तराखंड ਅਤੇ ਪੱਛਮੀ ਬੰਗਾਲ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ ਦੇ ਸਮੁੱਚੇ ਪ੍ਰਬੰਧਨ ਅਤੇ ਲੋਕਾਂ ਦੇ ਟੀਕਾਕਰਨ ਦੀ ਤਾਜ਼ਾ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਕੇਂਦਰੀ ਗ੍ਰਹਿ ਸਕੱਤਰ ਨੇ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ਦਾ ਕਹਿਰ ਅਜੇ ਖਤਮ ਨਹੀਂ ਹੋਇਆ ਹੈ। ਸਮਾਜਿਕ ਦੂਰੀਆਂ ਅਤੇ ਹੋਰ ਸੁਰੱਖਿਆ ਅਭਿਆਸਾਂ ਸੰਬੰਧੀ ਨਿਰਧਾਰਤ ਪ੍ਰੋਟੋਕਾਲ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਹਾਲਾਂਕਿ ਕੋਵਿਡ ਸਕਾਰਾਤਮਕ ਮਾਮਲਿਆਂ ਦੀ ਸਮੁੱਚੀ ਦਰ ਸ਼ਾਇਦ ਘਟ ਹੋ ਰਹੀ ਹੈ, ਪਰ ਰਾਜਸਥਾਨ, ਕੇਰਲ, ਮਹਾਰਾਸ਼ਟਰ, ਤਾਮਿਲਨਾਡੂ, ਪੱਛਮੀ ਬੰਗਾਲ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਦੇ ਵਿੱਚ 10% ਤੋਂ ਵੱਧ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਰਾਜਾਂ ਨੂੰ ਟੈਸਟ, ਟ੍ਰੈਕ, ਟ੍ਰੀਟ, ਟੀਕਾਕਰਨ ਅਤੇ CODID ਅਨੁਕੂਲ ਅਭਿਆਸਾਂ ਦੀ 5 ਨੁਕਤਾ ਰਣਨੀਤੀ ਦੀ ਪਾਲਣਾ ਕਰਨ ਲਈ ਵੀ ਕਿਹਾ ਗਿਆ ਹੈ। ਇਹ ਸਨ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ। ਵਧੇਰੇ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ ਤੇ ਜਾਂਦੇ ਜਾਂਦੇ ਇੱਕ ਨਜ਼ਰ ਪਾ ਲੈਂਦੇ ਹਾਂ ਅੱਜ ਦੀਆਂ ਕੁਝ ਖਾਸ ਖਬਰਾਂ ਤੇ। ਪੰਜਾਬ ਕਾਂਗਰਸ ਦੇ ਚੱਲ ਰਹੇ ਵਿਵਾਦ ਵਿਚਕਾਰ ਆਈ ਵੱਡੀ ਖਬਰ। ਪੰਜਾਬ ਕੈਬਨਿਟ ਵਿੱਚ ਜਲਦ ਕੀਤਾ ਜਾ ਸਕਦਾ ਹੈ ਬਦਲਾਅ। ਪਾਵਰਕਾਮ ਨੇ ਉਦਯੋਗਾਂ ਨੂੰ ਦਿੱਤੀ ਵੱਡੇ ਸਪਲਾਈ ਕਨੈਕਸ਼ਨ ਚਲਾਉਣ ਦੀ ਆਗਿਆ। 100 ਕਿਲੋਵਾਟ ਤੋਂ ਵੱਧ ਨਹੀਂ ਕਰ ਸਕਦੇ ਖਪਤ। ਪੰਜਾਬ ਦੇ ਸਰਕਾਰੀ ਸਕੂਲਾਂ 'ਚ ਹੁਣ ਬਣਨਗੇ ਸਮਾਰਟ ਪਲੇਗਰਾਉਂਡ। ਤਿਆਰੀ ਲਈ ਸਰਕਾਰ ਨੇ 9.10 ਕਰੋੜ ਰੁਪਏ ਕੀਤੇ ਮਨਜ਼ੂਰ।